हेलो एवरीवन, वेलकम टू CIZ प्लस। ਤਾਂ ਪੰਜਾਬ ਸਰਕਾਰ ਨੇ ਕਰ ਦਿੱਤਾ ਹੈ ਇੰਜੀਨੀਅਰਿੰਗ ਸਟੂਡੈਂਟਸ ਦੇ ਲਈ ਇੱਕ ਵੱਡਾ ਐਲਾਨ ਕਿ ਜੇਈ ਜਾਂ ਜੇਈ ਤੋਂ ਉੱਪਰ ਦੀਆਂ ਸਾਰੀਆਂ ਰਿਕਰੂਟਮੈਂਟਸ ਹੁਣ PPSC ਕਰੇਗਾ। ਜਿਵੇਂ ਕਿ ਤੁਸੀਂ ਦੇਖ ਪਾ ਰਹੇ ਹੋ ਇਹ ਨੋਟਿਸ ਗਵਰਨਮੈਂਟ ਆਫ ਪੰਜਾਬ ਦਾ। ਤਾਂ ਬਹੁਤ ਸਾਰੇ ਸਟੂਡੈਂਟਸ ਦੀ ਸਾਨੂੰ ਰਿਕੁਐਸਟ ਆ ਰਹੀ ਸੀ ਕਿ ਇਸ ਟੌਪਿਕ ਦੇ ਉੱਪਰ ਇੱਕ ਡਿਟੇਲਡ ਵੀਡੀਓ ਬਣਾਈ ਜਾਵੇ। ਤਾਂ ਤੁਹਾਡੇ ਉੱਪਰ ਇਸ ਫੈਸਲੇ ਦਾ ਕੀ ਪ੍ਰਭਾਵ ਪਏਗਾ, ਕੀ ਇਫੈਕਟ ਪਏਗਾ, ਕੀ ਤੁਹਾਨੂੰ ਨੁਕਸਾਨ ਹੋਏਗਾ ਜਾਂ ਫਿਰ ਫਾਇਦਾ ਹੋਏਗਾ, ਇਹ ਸਭ ਜਾਣਨ ਦੇ ਲਈ ਤੁਸੀਂ ਬਣੇ ਰਹੋ ਸਾਡੇ ਨਾਲ। ਉਸ ਤੋਂ ਪਹਿਲਾਂ ਜੇ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਬੈਲ ਆਈਕਨ ਦਬਾਉਣਾ ਬਿਲਕੁਲ ਨਾ ਭੁੱਲਣਾ। ਤੇ ਨਾਲ ਹੀ ਤੁਹਾਨੂੰ ਇੱਕ ਹੋਰ ਗੱਲ ਦੱਸ ਦੇਵਾਂ ਮੈਂ ਕਿ ਜੇਈ ਏਈ ਜਾਂ ਫਿਰ ਕੋਈ ਵੀ ਹੋਰ ਐਗਜ਼ਾਮ ਦੀ ਫ੍ਰੀ ਟੈਸਟ ਸੀਰੀਜ਼, ਫ੍ਰੀ ਪ੍ਰੀਵੀਅਸ ਈਅਰ ਪੇਪਰ ਸਾਡੀ ਐਪ ਤੇ ਜਾਂ ਵੈਬਸਾਈਟ ਤੇ ਤੁਹਾਨੂੰ ਮਿਲਣਗੇ। ਜਿਵੇਂ ਕਿ ਤੁਸੀਂ ਦੇਖ ਪਾ ਰਹੇ ਹੋ ਆਪਣੀ ਸਕਰੀਨ ਤੇ ਸਾਡੀ ਮੋਬਾਈਲ ਐਪ, ਸਾਰੇ ਪ੍ਰੀਵੀਅਸ ਈਅਰ ਕੁਐਸਚਨ ਤੇ ਟੈਸਟ ਸੀਰੀਜ਼ ਤੁਹਾਨੂੰ ਇਸ ਐਪ ਦੇ ਵਿੱਚ ਮਿਲ ਜਾਏਗੀ ਤੇ ਲਿੰਕ ਇਸ ਦਾ ਡਿਸਕ੍ਰਿਪਸ਼ਨ ਦੇ ਵਿੱਚ ਹੈ ਇਸ ਐਪ ਦਾ। ਤੇ ਹੁਣ ਆਪਾਂ ਜੇ ਆਈਏ ਨਿਊਜ਼ ਤੇ, that all engineering posts at the level of JEE and above in all departments, boards, corporations, authorities, etc. shall be filled through PPSC by organizing a common exam। यानी कि ਹੁਣ PSPCL, ਪੁੱਡਾ, PWD ਜਾਂ ਵਾਟਰ ਸਪਲਾਈ ਜਾਂ ਹੋਰ ਜਿੰਨੇ ਵੀ ਪੰਜਾਬ ਦੇ ਡਿਪਾਰਟਮੈਂਟਸ ਹੈ ਜਿਹੜੇ ਜੇਈ ਜਾਂ ਜੇਈ ਤੋਂ ਉੱਪਰ ਦੇ ਏਈ ਵਗੈਰਾ ਦੇ ਐਗਜ਼ਾਮ ਲੈਂਦੇ ਹੈ, ਉਹ ਸਿਰਫ ਇੱਕ ਕਾਮਨ ਟੈਸਟ ਦੇ ਥਰੂ ਸਾਰਾ ਰਿਕਰੂਟਮੈਂਟ ਪ੍ਰੋਸੈਸ ਜਿਹੜਾ ਹੈ ਉਸ ਨੂੰ ਕਰਨਗੇ ਤੇ ਉਹ ਜਿਹੜਾ ਐਗਜ਼ਾਮ ਹੈ ਉਹ PPSC ਕੰਡਕਟ ਕਰੇਗਾ। ਮਤਲਬ ਕਿ ਇੱਕ ਐਗਜ਼ਾਮ ਹੋਏਗਾ ਜਿਵੇਂ ਕਿ ਸੈਂਟਰ ਗਵਰਨਮੈਂਟ ਦੇ ਵਿੱਚ SSC JEE ਕਰਦਾ ਹੈ ਜਾਂ ਫਿਰ UPSC ਕਰਦਾ ਹੈ ਕਿ ਪੇਪਰ ਹੋਏਗਾ ਇੱਕ, ਪਰ ਸਾਰੀਆਂ ਵੈਕੈਂਸੀਜ਼, ਸਾਰੇ ਡਿਪਾਰਟਮੈਂਟਸ ਦੀਆਂ ਵੈਕੈਂਸੀਜ਼ ਇੱਕੋ ਪੇਪਰ ਦੇ ਨਾਲ ਫਿਲ ਕਰ ਦਿੱਤੀਆਂ ਜਾਣਗੀਆਂ। ਤੇ ਜੇ ਹੁਣ ਡਿਟੇਲਡ ਨਿਊਜ਼ ਦੇ ਵਿੱਚ ਆਈਏ ਤਾਂ ਡਿਟੇਲਡ ਨਿਊਜ਼ ਇਹ ਹੈ ਕਿ announcing the state employment generation minister Charanjit Singh Channi said that the decision was taken in the recent cabinet meeting which would bring uniformity in the recruitment process of these posts। मतलब यूनिफॉर्मिटी तो ਆਪਾਂ ਇਹ ਅਰਥ ਕੱਢ ਸਕਦੇ ਹਾਂ ਸਿੱਧਾ ਕਿ ਹੁਣ ਸਾਰੇ ਡਿਪਾਰਟਮੈਂਟਸ ਦਾ ਐਗਜ਼ਾਮ ਇੱਕੋ ਹੀ ਹੋਏਗਾ, ਇੱਕੋ ਹੀ ਪੇਪਰ ਹੋਏਗਾ ਹਰ ਡਿਪਾਰਟਮੈਂਟ ਦੀਆਂ ਪੋਸਟ ਫਿਲ ਆਊਟ ਕਰਨ ਦੇ ਲਈ। ਤੇ ਇਸ ਤੋਂ ਅੱਗੇ the decision would be very beneficial for the job aspirants and ease the recruitment process which is presently being carried out at the multiple levels of agencies। The recruitment through a single channel would bring uniformity through common test and smoothen the recruitment process। ਇਹ ਉਹੀ ਗੱਲ ਹੈ ਜੋ ਮੈਂ ਹੁਣੀ ਦੱਸੀ ਹੈ ਕਿ ਇੱਕ common test ਹੋਏਗਾ। Channi said that the job aspirants would be able to focus on a consolidated single syllabus for their preparation। It would also reduce the financial burden on the applicants as well as on the state which had to bear the burden for conducting multiple tests। ਇਸ ਤੋਂ ਆਪਾਂ ਕੀ ਅੰਦਾਜ਼ਾ ਲਗਾ ਸਕਦੇ ਹਾਂ, ਇਸ ਤੋਂ ਸਾਫ਼ ਮਤਲਬ ਇਹੀ ਦਿਖ ਰਿਹਾ ਕਿ ਚਾਹੇ ਮਲਟੀਪਲ ਡਿਪਾਰਟਮੈਂਟਸ ਇੱਕੋ ਪੇਪਰ ਦੇ ਥਰੂ PPSC ਦੇ ਪੇਪਰ ਦੇ ਥਰੂ ਭਰਤੀ ਕਰ ਰਹੇ ਨੇ, ਪਰ ਇਸ ਦਾ ਮਤਲਬ ਇਹ ਨਹੀਂ ਹੋਏਗਾ ਕਿ ਬਈ ਜਿਹਨੇ ਇੱਕ ਤੋਂ ਵੱਧ ਡਿਪਾਰਟਮੈਂਟ ਦੇ ਵਿੱਚ ਆਪਣਾ ਫਾਰਮ ਭਰਨਾ ਹੈ ਉਹਨੂੰ ਇੱਕ ਤੋਂ ਵੱਧ ਵਾਰੀ ਫੀਸ ਭਰਨੀ ਪਏਗੀ। ਇਹਦਾ ਮਤਲਬ ਇਹੀ ਹੈ ਜਿੰਨੇ ਮਰਜ਼ੀ ਡਿਪਾਰਟਮੈਂਟਸ ਦੇ ਵਿੱਚ ਭਰੋ ਤੁਸੀਂ ਫੀਸ ਇੱਕੋ ਦੇਣੀ ਹੈ। ਤੇ ਇਸ ਤੋਂ ਬਾਅਦ he said adding that the Punjab cabinet has also approved a state employment plan for 2020-22 to fill jobs in government departments, boards, corporations and agencies in a phased and time bound manner। ਇਸ ਦੇ ਬਾਰੇ ਮੈਂ ਡਿਟੇਲਡ ਵੀਡੀਓ ਇੱਕ ਬਣਾ ਚੁੱਕਿਆ ਹਾਂ, ਉਹਦਾ ਤੁਹਾਨੂੰ ਆਈ ਬਟਨ ਉੱਪਰ ਦਿਖ ਜਾਏਗਾ, ਉਹਦੇ ਉੱਪਰ ਕਲਿੱਕ ਕਰ ਦਿਓ, ਤੁਹਾਨੂੰ ਉਸ ਵੀਡੀਓ ਦੇ ਉੱਪਰ ਸਾਡਾ ਆਈ ਬਟਨ ਪਹੁੰਚਾ ਦੇਵੇਗਾ। ਤੇ ਨਾਲ ਹੀ ਚੰਨੀ ਸਰ ਨੇ ਇਹ ਵੀ ਕਿਹਾ ਹੈ ਕਿ such more steps would be taken to bring efficiency and transparency in the recruitment for the government posts। A single exam would mean recruitment against a larger number of vacancies at one go which saves the time and effort of the government machinery। ਇਹਦਾ ਮਤਲਬ ਬਾਕੀ ਦੇ ਐਗਜ਼ਾਮਸ ਵੀ ਹੁਣ ਇੱਦਾਂ ਹੀ ਇੱਕੋ ਛੱਤ ਥੱਲੇ ਕਰਨ ਦਾ ਪਲਾਨ ਕਰ ਰਿਹਾ ਹੈ ਪੰਜਾਬ ਗਵਰਨਮੈਂਟ। ਤੇ ਹੁਣ ਜੇ ਆਪਾਂ ਡਿਸਕਸ ਕਰੀਏ ਕਿ ਕੀ ਪੁਆਇੰਟਸ ਜਾਂ ਫਿਰ ਇੰਪੋਰਟੈਂਟ ਪੁਆਇੰਟਸ ਕੀ ਨਿਕਲ ਕੇ ਆਉਂਦੇ ਨੇ ਇਸ ਪੂਰੇ ਨਿਊਜ਼ ਦੇ ਵਿੱਚੋਂ, ਇਹ ਪਾਰਟ ਬਹੁਤ ਇੰਪੋਰਟੈਂਟ ਹੈ, ਇਸ ਨੂੰ ਧਿਆਨ ਨਾਲ ਸੁਣਨਾ
ਕਿ ਸਭ ਤੋਂ ਪਹਿਲਾਂ ਜਿਹੜਾ ਹੈ ਕਿ ਬਈ ਤੁਹਾਨੂੰ ਮੈਂ ਦੱਸ ਚੁੱਕਿਆ ਕਿ ਚਾਹੇ ਉਹ ਪੁੱਡਾ ਹੈ, ਚਾਹੇ PSPCL ਹੈ, ਚਾਹੇ ਵਾਟਰ ਸਪਲਾਈ ਹੈ, PWD ਹੈ ਜਾਂ ਕੋਈ ਵੀ ਡਿਪਾਰਟਮੈਂਟ ਹੈ, ਉਹ ਸਾਰੇ ਇੱਕੋ ਪੇਪਰ PPSA ਦੇ ਥਰੂ ਕੰਡਕਟ ਕਰਵਾਉਣਗੇ। JEE ਜਾਂ JEE ਤੋਂ ਉੱਪਰ ਦੇ ਲੈਵਲ ਦੇ ਸਾਰੇ ਇੰਜੀਨੀਅਰਿੰਗ ਐਗਜ਼ਾਮਸ। ਅਤੇ ਦੂਜਾ ਪੁਆਇੰਟ ਜਿਹੜਾ ਇੰਪੋਰਟੈਂਟ ਹੈ ਉਹ ਇਹ ਹੈ ਕਿ PPSC ਦਾ ਜਿਹੜਾ ਸਿਲੇਬਸ ਹੈ ਉਹ ਈਜ਼ੀ ਹੁੰਦਾ ਹੈ, ਥੋੜ੍ਹਾ ਸਿਲੇਬਸ ਘੱਟ ਵੀ ਹੁੰਦਾ ਅਤੇ ਲੈਵਲ ਵੀ ਛੋਟਾ ਹੁੰਦਾ। ਜਿਵੇਂ ਥਾਪਰ JEE ਦਾ ਪੇਪਰ ਹੁੰਦਾ ਉਹ ਤਾਂ ਇਸ ਹਿਸਾਬ ਨਾਲ ਪੇਪਰ ਪਾ ਦਿੰਦੇ ਆ ਕਿ ਜਿੱਦਾਂ AE ਦਾ ਪੇਪਰ ਹੋ ਰਿਹਾ ਹੁੰਦਾ, JEE ਦੇ ਪੇਪਰ ਨੂੰ AE ਦੇ ਲੈਵਲ ਦਾ ਬਣਾ ਕੇ ਪਾ ਦਿੰਦੇ ਆ। ਅਤੇ PPSC ਦਾ ਵਿੱਚ ਇਹ ਰਾਹਤ ਹੈ ਕਿ ਥੋੜ੍ਹਾ ਜਿਹਾ ਈਜ਼ੀ ਪੇਪਰ ਹੁੰਦਾ ਅਤੇ ਸਿਲੇਬਸ ਵੀ ਘੱਟ ਹੁੰਦਾ ਅਤੇ ਨਾਲ ਹੀ 100% ਟੈਕਨੀਕਲ ਪੇਪਰ ਹੁੰਦਾ ਹੈ। ਬਾਕੀ ਜੋ ਅਸਲੀ ਗਾਈਡਲਾਈਨਸ ਹੈ ਇਹ ਮੈਂ ਤੁਹਾਨੂੰ ਓਫੀਸ਼ੀਅਲ ਖਬਰਾਂ ਨਹੀਂ ਦੱਸ ਰਿਹਾ, ਸਿਰਫ ਪਾਸਟ ਐਕਸਪੀਰੀਅੰਸ ਦੇ ਬੇਸ 'ਤੇ ਤੁਹਾਨੂੰ ਮੈਂ ਦੱਸ ਰਿਹਾ। ਓਫੀਸ਼ੀਅਲ ਹੱਲੇ 30 ਜਾਂ 31 ਅਕਤੂਬਰ ਤੱਕ ਆ ਜਾਏਗੀ। ਉਸ ਤੋਂ ਬਾਅਦ ਬਹੁਤ ਜਲਦੀ ਆਉਣ ਦੇ ਚਾਂਸ ਹੈ ਕਿਉਂਕਿ 15 ਅਗਸਤ ਨੂੰ ਜੁਆਇਨਿੰਗ ਲੈਟਰ ਦੇਣੇ ਆ। ਤਾਂ ਤੁਸੀਂ ਉਸ ਹਿਸਾਬ ਨਾਲ ਦੇਖ ਸਕਦੇ ਹੋ ਕਿ 15 ਅਗਸਤ ਨੂੰ ਜੁਆਇਨਿੰਗ ਲੈਟਰ ਦੇਣ ਦਾ ਮਤਲਬ ਹੈ ਕਿ ਜਨਵਰੀ ਦੇ ਵਿੱਚ ਪੇਪਰ ਹੋਣ ਦੇ ਬਹੁਤ ਚਾਂਸ ਹੈ। ਜਨਵਰੀ ਜਾਂ ਮੈਕਸਿਮਮ ਫਰਵਰੀ ਦੇ ਵਿੱਚ। ਅਤੇ ਦੂਜਾ ਜਿਹੜਾ ਪੁਆਇੰਟ ਨਿਕਲ ਕੇ ਆਉਂਦਾ ਹੈ ਕਿ ਉਹ ਇਹ ਹੈ ਕਿ 100 ਕੁਐਸਚਨ ਹੁੰਦੇ ਹੈ, 300 ਮਾਰਕਸ ਦਾ ਪੇਪਰ ਹੁੰਦਾ ਹੈ। ਅਤੇ ਇੱਕ ਹੋਰ ਚੀਜ਼ ਜਿਹੜੀ ਹੈ ਉਹ ਤੁਹਾਨੂੰ ਸ਼ਾਇਦ ਖਟਕ ਸਕਦੀ ਹੈ, ਉਹ ਇਹ ਹੈ ਕਿ 40 ਨੰਬਰ ਦਾ ਇੰਟਰਵਿਊ ਵੀ ਹੁੰਦਾ ਹੈ। ਅਤੇ ਤਾਂ ਇਸ ਖਬਰ ਨੇ ਤੁਹਾਡੇ ਮਨ ਦੇ ਵਿੱਚ ਥੋੜ੍ਹੀ ਹਲਚਲ ਪੈਦਾ ਜ਼ਰੂਰ ਕੀਤੀ ਹੋਵੇਗੀ ਕਿ 40 ਨੰਬਰ ਦਾ ਇੰਟਰਵਿਊ ਵੀ ਹੁੰਦਾ ਹੈ, ਪਰ ਫਿਕਰ ਕਰਨ ਦੀ ਕੋਈ ਲੋੜ ਨਹੀਂ ਹੈ। ਤੁਸੀਂ ਬਸ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਅਤੇ ਸਾਡੀ ਮੋਬਾਈਲ ਐਪਲੀਕੇਸ਼ਨ ਡਾਊਨਲੋਡ ਕਰ ਲਓ। ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਹੈ। ਤੁਹਾਨੂੰ ਇੰਟਰਵਿਊ ਦੀ ਵੀ ਤਿਆਰੀ ਕਰਾਈ ਜਾਵੇਗੀ। ਨਾਲ ਹੀ ਇੱਕ ਤੁਹਾਨੂੰ ਹੁਣ ਜੇ ਮੈਂ ਖੁਸ਼ਖਬਰੀ ਵੀ ਦੇਵਾਂ ਤਾਂ PPSC ਦੇ ਵਿੱਚ ਨੋ ਨੈਗੇਟਿਵ ਮਾਰਕਿੰਗ ਹੁੰਦੀ ਹੈ, ਕੋਈ ਨੈਗੇਟਿਵ ਮਾਰਕਿੰਗ ਨਹੀਂ ਹੁੰਦੀ। ਤਾਂ ਯਾਨੀ ਕਿ 100 ਨੰਬਰ ਦਾ ਜਿਹੜਾ 100 ਕੁਐਸਚਨ ਹੁੰਦੇ ਆ, 300 ਮਾਰਕਸ ਦੇ ਹੁੰਦੇ ਆ, 3 ਨੰਬਰ ਦਾ ਇੱਕ ਕੁਐਸਚਨ ਅਤੇ ਕੋਈ ਨੈਗੇਟਿਵ ਮਾਰਕਿੰਗ ਨਹੀਂ ਹੁੰਦੀ। ਅਤੇ ਪਰ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਉੱਕੜ ਦੁੱਕੜ ਭੰਬਾ ਭੋ ਲਗਾ ਲਓ ਅਤੇ ਤੁਹਾਡਾ ਪੇਪਰ ਚੱਲ ਜਾਏਗਾ। ਇੱਦਾਂ ਨਹੀਂ ਹੁੰਦਾ, ਤਿਆਰੀ ਤੁਹਾਨੂੰ ਜ਼ਰੂਰ ਕਰਨੀ ਪਏਗੀ। ਅਤੇ ਨਾਲ ਹੀ ਸਾਨੂੰ ਇਹ ਵੀ ਡਾਊਟ ਆ ਰਹੇ ਸੀ ਕਿ ਡਿਗਰੀ ਵਾਲੇ ਐਲੀਜੀਬਲ ਹੋਣਗੇ JEE ਦੇ ਪੇਪਰ ਦੇ ਲਈ ਜਾਂ ਨਹੀਂ, ਡਿਪਲੋਮਾ ਵਾਲੇ ਹੋਣਗੇ ਜਾਂ ਨਹੀਂ। ਤਾਂ JEE ਦੇ ਪੇਪਰ ਲਈ ਤਾਂ ਡਿਪਲੋਮਾ ਵਾਲੇ ਵੀ ਹੋਣਗੇ ਅਤੇ ਡਿਗਰੀ ਵਾਲੇ ਵੀ ਹੋਣਗੇ, ਪਰ AE ਦੇ ਪੇਪਰ ਦੇ ਲਈ ਸਿਰਫ ਡਿਗਰੀ ਵਾਲੇ ਐਲੀਜੀਬਲ ਹੋਣਗੇ, ਇਹ ਗੱਲ ਸ਼ਿਓਰ ਹੈ। ਅਤੇ ਇਸ ਤੋਂ ਬਾਅਦ ਤੁਹਾਨੂੰ ਇੱਕ ਹੋਰ ਪੈਟਰਨ ਜੇ ਆਪਾਂ ਦੱਸ ਦਈਏ, ਆਉਣ ਵਾਲੇ ਜਿਹੜਾ ਪੇਪਰ ਹੋਏਗਾ ਉਹਦੇ ਵਿੱਚ ਕੀ ਹੋਣਾ ਕੀ ਨਹੀਂ ਉਹ ਤਾਂ ਟਾਈਮ ਹੀ ਦੱਸੇਗਾ, ਪਰ ਅਸੀਂ ਉੱਦਾਂ ਤੁਹਾਨੂੰ ਇਨ ਜਨਰਲ PPSC ਦਾ ਪੈਟਰਨ ਜੇ ਦੱਸੀਏ ਤਾਂ 30% ਨੂਮੈਰੀਕਲ ਅਤੇ 70% ਥਿਊਰੀ। ਇਹ ਅਸਲੀ ਪੈਟਰਨ ਹੈ PPSC ਦਾ। 30% ਨੂਮੈਰੀਕਲ ਪਾਉਂਦਾ ਹੈ PPSC ਅਤੇ 70% ਥਿਊਰੀ। ਅਤੇ ਨਾਲ ਹੀ ਇੱਕ ਹੋਰ ਤੁਹਾਨੂੰ ਥੋੜ੍ਹੀ ਜਿਹੀ ਝਟਕਾ ਦੇਣ ਵਾਲੀ ਖਬਰ ਸ਼ਾਇਦ ਪਤਾ ਹੀ ਹੋਵੇਗੀ ਕਿ 3000 ਰੁਪਈਆ ਫੀਸ ਹੁੰਦੀ ਹੈ PPSC ਦੀ। ਪਰ ਕਈ YouTube ਚੈਨਲ ਤੁਹਾਨੂੰ ਡੀਮੋਟੀਵੇਟ ਕਰ ਰਹੇ ਨੇ, ਗੁੰਮਰਾਹ ਕਰ ਰਹੇ ਨੇ ਕਿ ਇਹ PPSC ਦੇ ਥਰੂ ਪੇਪਰ ਕੰਡਕਟ ਕਰਵਾਉਣਾ ਵੀ ਇੱਕ ਪੈਸੇ ਠੱਗਣ ਦਾ ਜ਼ਰੀਆ ਹੈ ਕਿਉਂਕਿ 3000 ਰੁਪਏ ਫੀਸ ਹੈ। ਪਰ ਸਾਡੇ ਅਕੋਰਡਿੰਗ, ਮੇਰੇ ਅਕੋਰਡਿੰਗ ਇਹ ਹੈ ਕਿ 3000 ਰੁਪਈਆ ਚਾਹੇ ਫੀਸ ਹੈ, ਪਰ ਸਾਰੇ ਡਿਪਾਰਟਮੈਂਟਸ ਦੀ ਵੈਕੈਂਸੀਆਂ ਜਿਹੜੀਆਂ ਹੈ ਉਹ ਇੱਕ ਪੇਪਰ ਕੰਡਕਟ ਕਰਾਏਗਾ। ਜਿਵੇਂ ਹੁਣੇ PSPCL ਦਾ JEE ਦਾ ਪੇਪਰ ਆਇਆ ਸੀ, ਉਹਦੀ ਇਕੱਲੇ ਦੀ ਹੀ 1000 ਰੁਪਈਆ ਫੀਸ ਸੀ। ਅਤੇ ਜੇ 10 ਡਿਪਾਰਟਮੈਂਟ ਵੀ, ਚਲੋ 5 ਡਿਪਾਰਟਮੈਂਟ ਵੀ ਜੇ PPSC ਦੇ ਥਰੂ JEE ਦੀ ਭਰਤੀ ਕਰਦੇ ਨੇ ਤਾਂ 5000 ਰੁਪਇਆ ਫੀਸ ਬਣਦੀ ਹੈ। ਹਜ਼ਾਰ ਜੇ ਆਪਾਂ ਲਾ ਕੇ ਚੱਲੀਏ ਤਾਂ 3000 ਰੁਪਇਆ PPSC ਲੈ ਰਿਹਾ, ਤਾਂ ਉਸ ਹਿਸਾਬ ਨਾਲ ਇਸ 'ਚ ਫਾਇਦਾ ਹੀ ਹੈ। ਚਲੋ ਆਪਾਂ ਜੇ ਫੀਸ ਦੀ ਗੱਲ ਇਗਨੋਰ ਵੀ ਕਰ ਦਈਏ, ਫੀਸ ਵੱਧ ਘੱਟ ਇੱਕ ਵਾਰੀ ਬੰਦਾ ਦੇ ਵੀ ਦਿੰਦਾ ਹੈ, ਦੂਜੇ ਪਾਸੇ ਵੀ ਵੱਧ ਪੋਸਟਾਂ ਆਉਣਗੀਆਂ PPSC ਦੇ ਥਰੂ ਜੇ ਪੇਪਰ ਹੋਏਗਾ। ਅਤੇ ਇਹਦਾ ਵੀ ਫਾਇਦਾ ਹੈ, ਇਹਦਾ ਬਹੁਤ ਫਾਇਦਾ ਹੈ ਕਿਉਂਕਿ ਮੰਨ ਲਓ ਇੱਕ ਡਿਪਾਰਟਮੈਂਟ ਦੇ ਵਿੱਚ ਵੈਕੈਂਸੀਆਂ ਆਉਂਦੀਆਂ ਸੀ, ਕਦੀ 20 ਆ ਜਾਂਦੀਆਂ ਸੀ, 25 ਆ ਜਾਂਦੀਆਂ ਸੀ, ਚਲੋ 100 ਵੀ ਆਪਾਂ ਲਾ ਲਈਏ, 100 ਪੋਸਟਾਂ ਆ ਜਾਂਦੀਆਂ ਸੀ, 100 'ਚੋਂ 40 ਮਿਲਦੀਆਂ ਸੀ ਜਨਰਲ ਨੂੰ ਅਤੇ ਬਾਕੀ ਦੀਆਂ 20 ਜਾਂ 10 ਕਰਕੇ OBC SC EWS ਐਕਸ ਸਰਵਿਸਮੈਨ ਅਤੇ ਹੋਰ ਕੋਟੇ ਵਾਲੇ ਕੈਂਡੀਡੇਟਸ ਨੂੰ ਮਿਲ ਜਾਂਦੀਆਂ ਸੀ। ਅਤੇ ਸਾਰੇ ਹੀ ਕੋਟੇ ਵਾਲਿਆਂ ਨੂੰ ਉਸ ਦਾ ਨੁਕਸਾਨ ਹੁੰਦਾ ਸੀ। ਸਾਰੇ ਚਾਹੇ ਜਨਰਲ ਕੈਟਾਗਰੀ ਜਾਂ ਕੋਟੇ ਵਾਲੇ ਹੋ, ਤੁਸੀਂ ਘੱਟ ਪੋਸਟਾਂ ਆਉਂਦੀਆਂ ਸੀ, ਘੱਟ ਪੋਸਟਾਂ ਤੁਹਾਡੇ ਹੱਥ ਲੱਗਦੀਆਂ ਸੀ। ਹੁਣ ਇੱਕੋ ਵਾਰੀ 'ਚ ਜ਼ਿਆਦਾ ਪੋਸਟਾਂ ਆਉਣਗੀਆਂ ਤਾਂ ਤੁਹਾਡੇ ਸਾਰਿਆਂ ਦਾ ਹੀ ਇੱਕੋ ਵਾਰੀ ਦੇ ਵਿੱਚ ਗੱਲ ਬਣਨ ਦੇ ਚਾਂਸ ਹੈ ਕਿਉਂਕਿ ਜਿੰਨੀਆਂ ਜ਼ਿਆਦਾ ਪੋਸਟਾਂ ਆਉਣਗੀਆਂ ਓਨੀ ਹੀ ਕੱਟ ਆਫ ਡਾਊਨ ਜਾਏਗੀ ਅਤੇ ਐਵਰੇਜ ਸਟੂਡੈਂਟ ਦਾ ਵੀ ਨੰਬਰ ਲੱਗਣ ਦੇ ਚਾਂਸ ਵਧਣਗੇ। ਤਾਂ ਹੁਣ ਜੇ ਆਪਾਂ ਇੱਕੋ ਵਾਰੀ
ਸਾਰੇ ਪੁਆਇੰਟਸ ਡਿਸਕਸ ਕਰ ਲਈਏ ਸ਼ਾਰਟ ਦੇ ਵਿੱਚ। ਤਾਂ ਸਭ ਤੋਂ ਪਹਿਲਾਂ ਹੈ ਕਿ ਪੀਪੀਐਸਸੀ ਪੇਪਰ ਲਏਗਾ, ਸਾਰੇ ਡਿਪਾਰਟਮੈਂਟਸ ਦਾ ਇੱਕ ਪੇਪਰ ਹੋਏਗਾ। ਦੂਜਾ ਪੁਆਇੰਟ ਇਹ ਹੈ ਕਿ 100% ਟੈਕਨੀਕਲ ਪੇਪਰ ਹੋਣ ਦੇ ਚਾਂਸਿਸ ਹੈ। ਤੀਜਾ ਪੁਆਇੰਟ ਇਹ ਕਿ 100 ਕੁਐਸਚਨ ਹੋਣਗੇ, 300 ਮਾਰਕਸ ਦਾ ਪੇਪਰ ਹੋਏਗਾ, ਪਲੱਸ 40 ਨੰਬਰ ਦਾ ਇੰਟਰਵਿਊ ਵੀ ਹੋਏਗਾ, ਕੋਈ ਨੈਗੇਟਿਵ ਮਾਰਕਿੰਗ ਨਹੀਂ ਹੋਏਗੀ। ਪੇਪਰ ਦਾ ਲੈਵਲ ਵੀ ਈਜ਼ੀ ਹੋਏਗਾ ਤੇ ਡਿਗਰੀ ਤੇ ਡਿਪਲੋਮਾ ਦੋਨੋਂ ਐਲੀਜੀਬਲ ਹੋਣਗੇ। ਜੇਈ ਦੇ ਲਈ ਤੇ ਏਈ ਦੇ ਲਈ ਸਿਰਫ ਡਿਗਰੀ ਵਾਲੇ ਐਲੀਜੀਬਲ ਹੋਣਗੇ ਤੇ ਕੋਈ ਨੈਗੇਟਿਵ ਮਾਰਕਿੰਗ ਨਹੀਂ ਹੋਏਗੀ। 30% ਨਿਊਮੈਰੀਕਲ ਤੇ 70% ਥਿਊਰੀ ਆਉਣ ਦੇ ਚਾਂਸਿਸ ਹੈ ਤੇ ਫੀਸ ਜਿਹੜੀ ਹੈ ਫਾਰਮ ਦੀ ਉਹ 3000 ਰੁਪਏ ਹੋਏਗੀ। ਇੱਕ ਵਾਰੀ ਮੈਂ ਤੁਹਾਨੂੰ ਹੋਰ ਦੱਸ ਦੇਵਾਂ ਕਿ ਇਹ ਸਾਰਾ ਡੇਟਾ ਜਿਹੜਾ ਹੈ ਉਹ ਪਾਸਟ ਡੇਟਾ ਦੇ ਅਕੋਰਡਿੰਗ ਤੁਹਾਨੂੰ ਦੱਸਿਆ ਗਿਆ ਹੈ। ਇਹ ਚੇਂਜ ਹੋਣ ਦੇ ਵੀ ਚਾਂਸ ਹੈ, ਪਰ ਮੋਸਟ ਪ੍ਰੋਬੇਬਲੀ ਇਹੀ ਡਾਟਾ ਫੋਲੋ ਕੀਤਾ ਜਾਏਗਾ। ਹੁਣ ਜੇ ਮੈਂ ਤੁਹਾਡੇ ਨਾਲ ਗੱਲ ਕਰਾਂ ਤਿਆਰੀ ਕਿੱਦਾਂ ਸ਼ੁਰੂ ਕਰੀਏ, ਤਾਂ ਸਾਡੀ ਮੋਬਾਈਲ ਐਪ ਡਾਊਨਲੋਡ ਕਰ ਲਓ, ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਏਗਾ। ਉਹਦੇ ਵਿੱਚ ਤੁਹਾਨੂੰ 100 ਟੈਕਨੀਕਲ ਕੁਐਸਚਨ, ਕਿਉਂਕਿ ਤੁਹਾਨੂੰ ਮੈਂ ਜਿਵੇਂ ਦੱਸਿਆ ਪੀਪੀਐਸਸੀ ਸਿਰਫ 100 ਟੈਕਨੀਕਲ ਕੁਐਸਚਨ ਹੀ ਪਾਉਂਦਾ ਹੈ, ਦੂਜਾ ਕੋਈ ਹੋਰ ਨੋਨ ਟੈਕਨੀਕਲ ਨਹੀਂ ਪਾਉਂਦਾ। ਤਾਂ 100 ਟੈਕਨੀਕਲ ਕੁਐਸਚਨ ਫ੍ਰੀ ਆਫ ਕੋਸਟ ਟੈਸਟ ਸੀਰੀਜ਼ ਦੇ ਰੂਪ ਦੇ ਵਿੱਚ ਤੁਹਾਨੂੰ ਮਿਲਣਗੇ, ਚਾਹੇ ਤੁਸੀਂ ਮਕੈਨੀਕਲ ਦੇ ਹੋ, ਚਾਹੇ ਇਲੈਕਟ੍ਰੀਕਲ ਦੇ ਤੇ ਚਾਹੇ ਸਿਵਲ ਦੇ ਹੋ। ਤੁਹਾਨੂੰ ਤਿੰਨ ਟੈਕਨੀਕਲ ਟੈਸਟ ਫ੍ਰੀ ਦੇ ਵਿੱਚ ਮਿਲਣਗੇ। ਤਿੰਨ ਟੈਕਨੀਕਲ ਟੈਸਟ ਹਰ ਸਟਰੀਮ ਦੇ ਫ੍ਰੀ ਦੇ ਵਿੱਚ ਟੈਸਟ ਸੀਰੀਜ਼ ਦੇ ਰੂਪ ਦੇ ਵਿੱਚ ਮਿਲਣਗੇ। ਟੈਸਟ ਦਿਓ ਤੇ ਆਪਣੀ ਤਿਆਰੀ ਸ਼ੁਰੂ ਕਰੋ। ਨਾਲ ਹੀ ਪ੍ਰੀਵੀਅਸ ਈਅਰ ਪੇਪਰ ਵੀ ਮਿਲਣਗੇ, ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਸਾਡੀ ਮੋਬਾਈਲ ਐਪ ਦੇ ਥਰੂ। ਤਾਂ ਹੁਣੀ ਡਾਊਨਲੋਡ ਕਰੋ ਇਹ ਐਪ, ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਹੈ। ਤੇ ਟੈਲੀਗ੍ਰਾਮ ਚੈਨਲ ਜ਼ਰੂਰ ਜੁਆਇਨ ਕਰ ਲਓ, ਕਿਉਂਕਿ ਉੱਥੇ ਤੁਹਾਨੂੰ ਸਾਰੀਆਂ ਜੋਬ ਅਲਰਟਸ, ਜੋਬ ਨੋਟੀਫਿਕੇਸ਼ਨਸ ਮਿਲਦੀਆਂ ਰਹਿਣਗੀਆਂ। ਇਹ ਪੀਪੀਐਸਸੀ ਵਾਲੀ ਜਿਹੜੀ ਜੇਈ ਦੀ ਆ, ਏਈ ਦੀ ਤੁਹਾਨੂੰ ਮਿਲੇਗੀ ਨੋਟੀਫਿਕੇਸ਼ਨ, ਉਹ ਵੀ ਸਭ ਤੋਂ ਪਹਿਲਾਂ ਸਾਡੇ ਟੈਲੀਗ੍ਰਾਮ ਚੈਨਲ ਤੇ ਮਿਲੇਗੀ। ਟੈਲੀਗ੍ਰਾਮ ਚੈਨਲ ਦਾ ਲਿੰਕ ਵੀ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਏਗਾ। ਤਾਂ ਮੈਂ ਹੁਣ ਲੈਣਾ ਚਾਹਾਂਗਾ ਤੁਹਾਡੇ ਤੋਂ ਇਜਾਜ਼ਤ। ਕੋਈ ਵੀ ਤੁਹਾਡਾ ਡਾਊਟ ਹੈ, ਕੁਐਰੀ ਹੈ, ਕਮੈਂਟ ਬਾਕਸ ਦੇ ਵਿੱਚ ਲਿਖੋ। ਮਿਲਦੇ ਹਾਂ ਅਗਲੀ ਵਾਰ। ਥੈਂਕ ਯੂ।